ਪਰਸਨੈਲਿਟੀ ਸਰ ਦੀ ਸ਼ੁਰੂ ਤੋਂ ਹੀ ਹੈਵੀ ਹੈ, ਬਟ ਹੁਣ ਮੇਰੇ ਆਉਂਦੇ ਬਾਈਸੈਪ ਲਾ ਰਹੇ ਸੀ, ਮੈਂ ਥੋੜਾ ਨਰਵਸ ਹੋ ਗਿਆ। एक्सरसाइज मेरा जीवन है, मेरी खुराक है। ਡਿਪਟੀ ਸੀਐਮ ਦਾ ਉਹਦਾ ਮਿਲ ਸਕਦਾ ਹੈ ਬੜੀ ਜਲਦੀ, ਕਦੇ 10 ਦਿਨਾਂ ਬਾਅਦ ਖਬਰ ਆ ਜਾਂਦੀ ਹੈ, ਕਦੇ 20 ਦਿਨਾਂ ਬਾਅਦ ਆ ਸਕਦੀ ਹੈ। ਤੁਹਾਨੂੰ ਲੱਗਦਾ ਵੀ ਬੜੀ ਜਲਦੀ ਉਹ ਖਬਰ ਆਊਗੀ ਜਾਂ ਉਹ ਪੱਕੀ ਆ? ਅਹੁਦਿਆਂ ਤੋਂ ਕੀ ਕਰਾਉਣਾ ਹੈ, ਘਰ 'ਚ ਰੋਟੀ ਹੈ, ਸਭ ਕੁਛ ਹੈ, ਮਿਹਨਤ ਦਾ ਪੈਸਾ ਨਵਜੋਤ ਸਿੰਘ ਸਿੱਧੂ ਨੇ ਕਮਾਇਆ, ਕਰੋੜਾਂ ਰੁਪਈਆ ਜਾਇਦਾਦਾਂ, ਸਭ ਕੁਛ ਹੈ। ਅਹੁਦਿਆਂ ਤੋਂ ਕੀ ਕਰਾਉਣਾ ਹੈ? ਔਰ ਉਸ ਕੌਮ ਨੂੰ ਕੋਈ ਜਗਾਉਣ ਵਾਲਾ ਨਾ ਹੋਵੇ ਤੇ ਉਸ ਕੌਮ ਦੇ ਸਾਰੇ ਗੱਦਾਰ, ਚੋਰ, ਡਾਕੂ ਨਿਕਲਣ ਤਾਂ ਫਿਰ ਖੁਦਾ ਕਹਿੰਦਾ ਵੀ ਹੁਣ ਮੈਨੂੰ ਹੁਲਾਰਾ ਦੇਣਾ ਪੈਣਾ। ਉਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਹੋਇਆ ਔਰ ਮੈਨੂੰ ਲੱਗਦਾ ਕਿ ਅੰਦੋਲਨ ਕਿਤੇ ਜਾ ਕੇ ਜਦ ਮੁੱਕੂਗਾ ਉਦੋਂ ਕੁਝ ਸਤਯੁਗ ਦਾ ਇਤਿਹਾਸ ਦੁਬਾਰਾ ਸ਼ੁਰੂ ਹੋਊਗਾ। ਮੈਨੂੰ ਉਮੀਦ ਨਹੀਂ ਸੀ ਕਿ ਸਾਡੇ ਰਹਿਨੁਮਾ, ਸਾਡੇ ਕਰਤਾ ਧਰਤਾ, ਸਾਡੇ ਆਗੂ, ਸਾਡੇ ਲੀਡਰ, ਸਾਡੇ ਪਾਰਟੀਆਂ ਇਹ ਇੰਨੇ ਸ਼ੈਤਾਨ ਦੀ ਇਨਾਈ ਨਿਕਲਣਗੇ ਕਿ ਦੇਸ਼ ਦਾ ਬੇੜਾ ਗਰਕ ਕਰ ਦੇਣਗੇ। ਹਿੰਦੁਸਤਾਨ ਦੀ ਜੋ ਅਵਸਥਾ ਹੈ ਉਹ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਮੀਡੀਆ ਵਾਲੇ ਹੋ। ਮੈਂ ਸਮਝਦਾ ਕਿ ਇਹ ਵੀ ਇੱਕ ਐਸੀ ਸ਼ੈਤਾਨ ਦੀ ਜੜ ਹੈ ਜਿਹਨੂੰ ਪੁੱਟਣ ਵਾਸਤੇ ਦੇਰ ਥੋੜ੍ਹੀ ਲੱਗੂਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਅਮਰੀਕਾ। ਸੋ ਅੱਜ ਬੜੀ ਖਾਸ ਸ਼ਖਸੀਅਤ ਦੇ ਕੋਲ ਆਪਾਂ ਪਹੁੰਚੇ ਹਾਂ ਜੀ। ਸੋ ਅੱਜ ਕੁਝ ਗੱਲਾਂ ਬਾਤਾਂ ਹੋਣੀਆਂ ਨੇ ਲਿਵਿੰਗ ਲੈਜੈਂਡ ਯੋਗਰਾਜ ਸਰ ਦੇ ਨਾਲ। ਅੱਜ ਉਹਨਾਂ ਦੇ ਜਿਮ 'ਚ ਹੀ ਪਹੁੰਚ ਗਏ ਕਿਉਂਕਿ ਅਕਸਰ ਉਹ ਵਿਅਸਤ ਰਹਿੰਦੇ ਆ ਤੇ ਮੈਂ ਸੋਚਿਆ ਕਿ ਉਹਨਾਂ ਜਿਮ ਦੇ ਵਿੱਚ ਜਾ ਕੇ ਉਹਨਾਂ ਨਾਲ ਕੁਝ ਖਾਸ ਗੱਲਾਂ ਬਾਤਾਂ ਕਰੀਏ। ਐਕਸਰਸਾਈਜ਼ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ, ਪਹਿਲਾਂ ਤੁਸੀਂ ਕੁਝ ਸ਼ਾਰਟਸ ਵੀ ਵੇਖੇ ਨੇ। ਸੋ ਐਕਸਰਸਾਈਜ਼ ਦੇ ਨਾਲ ਨਾਲ ਆਪਾਂ ਕੁਝ ਗੱਲਾਂ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ, ਕਾਫੀ ਕੁਝ ਚੀਜ਼ਾਂ ਜੋ ਉਹਨਾਂ ਦੇ ਨਾਲ ਡਿਸਕਸ ਕਰਨੀਆਂ ਨੇ, ਸਿਨੇਮਾ ਦੇ ਨਾਲ ਜੁੜੀਆਂ ਗੱਲਾਂ, ਰਾਜਨੀਤੀ ਦੇ ਨਾਲ ਜੁੜੀਆਂ ਗੱਲਾਂ ਤੇ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਗੱਲਾਂ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵੈਸੇ ਪਰਸਨੈਲਿਟੀ ਸਰ ਦੀ ਸ਼ੁਰੂ ਤੋਂ ਹੀ ਹੈਵੀ ਹੈ, ਬਟ ਹੁਣ ਮੇਰੇ ਆਉਂਦੇ ਬਾਈਸੈਪ ਲਾ ਰਹੇ ਸੀ, ਮੈਂ ਥੋੜਾ ਨਰਵਸ ਹੋ ਗਿਆ। ਐਕਸਰਸਾਈਜ਼ ਮੇਰਾ ਜੀਵਨ ਹੈ, ਮੇਰੀ ਖੁਰਾਕ ਹੈ। ਪਾਠ ਪੂਜਾ, ਐਕਸਰਸਾਈਜ਼, ਚੰਗੀ ਖੁਰਾਕ, ਚੰਗੀ ਸੋਚ, ਜੀਦਾਰ ਸੋਚ ਸ਼ੁਰੂ ਤੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਹੈ। ਸੋ ਜਿੱਦਾਂ ਖਾਣਾ ਬਹੁਤ ਜ਼ਰੂਰੀ ਹੈ, ਉਹਦਾ ਵਰਜਿਸ਼ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੁਸੀਂ ਮੋਟੀਵੇਸ਼ਨ ਐਕਸਰਸਾਈਜ਼ ਦੀ ਕਿੱਥੋਂ ਲੈ ਕੇ ਆਉਂਦੇ? ਸ਼ੁਰੂ ਤੋਂ ਹੀ ਤੁਹਾਨੂੰ ਸ਼ੌਕ ਰਿਹਾ ਜਾਂ ਹੁਣ ਜ਼ਿਆਦਾ ਤੁਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਮੇਰੇ ਫਾਦਰ ਸਾਹਿਬ ਦੀ ਦੇਣ ਹੈ। ਮੈਂ ਜਦ ਛੋਟਾ ਜਿਹਾ ਸੀ 5 ਸਾਲ ਦਾ, ਉਹ ਮੈਨੂੰ ਜੰਗਲਾਂ 'ਚ ਪਰਵਰਿਸ਼ ਮੇਰੀ ਕਰੀ ਉਹਨਾਂ ਨੇ। ਘੋੜ ਸਵਾਰੀ, ਸਵੇਰੇ ਭਜਾਉਣਾ, ਉਹ ਟਿੱਬਿਆਂ 'ਤੇ ਰਨਿੰਗ ਕਰਨੀ, ਜੰਗਲਾਂ 'ਚ ਸ਼ਿਕਾਰ ਖੇਡਣਾ, ਸ਼ੇਰ ਦੇ ਸ਼ਿਕਾਰ ਨੂੰ ਲੈ ਜਾਣਾ। ਸੋ ਆਈ ਥਿੰਕ ਮੇਰੇ ਪਿਤਾ ਜੀ ਨੇ ਮੈਨੂੰ ਸ਼ੁਰੂ ਤੋਂ ਇੱਕ ਇਹੋ ਜਿਹੀ ਰੂਹ ਫੂਕੀ ਹੈ ਮੇਰੇ 'ਚ ਜਿਹੜੀ ਕਿ ਹਰ ਬਾਪ ਨੂੰ, ਹਰ ਪਿਤਾ ਨੂੰ ਆਪਣੇ ਪੁੱਤਰ ਵਾਸਤੇ, ਆਪਣੇ ਬੱਚਿਆਂ ਵਾਸਤੇ ਕਰਨਾ ਚਾਹੀਦਾ ਤਾਂ ਕਿ ਉਹ ਜ਼ਿੰਦਗੀ ਦੇ ਕਿਸੇ ਪਾਇਦਾਨ 'ਤੇ ਡਗਮਗਾਏ ਨਾ, ਡੋਲੇ ਨਾ। ਤੇ ਅੱਜ ਸਰ ਬਾਈਸੈਪ ਲਾ ਰਹੇ ਨੇ ਤੇ ਆਪਾਂ ਸਭ ਤੋਂ ਪਹਿਲਾਂ ਗੱਲ ਸਿਨੇਮਾ ਦੀ ਕਰਦੇ, ਉਸ ਤੋਂ ਬਾਅਦ ਕਾਫੀ ਗੱਲਾਂ ਸ਼ੁਰੂ ਕਰਾਂਗੇ। ਸਿਨੇਮਾ ਸਾਡਾ 1 ਸਾਲ ਤੋਂ ਰੁਕਿਆ ਹੋਇਆ, ਮਿਸ ਕਰਦੇ ਹੋ ਤੁਸੀਂ ਕਿਉਂਕਿ 1 ਸਾਲ ਤੋਂ ਫਿਲਮ ਰਿਲੀਜ਼ ਨਹੀਂ ਹੋਈ ਕੋਈ? ਇੰਡਸਟਰੀ ਬਹੁਤ ਥੱਲੇ ਚਲੀ ਗਈ। ਮੈਨੂੰ ਯਾਦ ਆ ਮੈਂ ਸਾਊਥ ਅਮਰੀਕਾ ਸ਼ੂਟਿੰਗ ਕਰ ਰਿਹਾ ਸੀਗਾ ਇੰਡੀਅਨ 2 ਦੀ, ਕਮਲ ਹਾਸਨ ਜੀ ਦੇ ਉਹਨਾਂ ਦੇ ਨਾਲ। ਅਤੇ ਜਦ ਵਾਪਸ ਆਇਆ ਤਾਂ ਬੜਾ ਹਰ ਕੰਟਰੀ ਰੁਕਣਾ ਪੈ ਰਿਹਾ ਸੀ, ਅਮਰੀਕਾ ਵਗੈਰਾ। ਪਤਾ ਲੱਗਿਆ ਕੋਈ ਕਰੋਨਾ ਨਾਂ ਦੀ ਕੋਈ ਚੀਜ਼ ਚੱਲੀ ਹੈ। ਦਿੱਲੀ ਆਇਆ ਤਾਂ ਬਹੁਤ ਗਾਹ ਪਿਆ ਹੋਇਆ ਸੀ ਇੱਥੇ ਅਤੇ ਬੜੀ ਚੈਕਿੰਗ ਹੋ ਰਹੀ ਸੀ, ਡਾਕਟਰ ਸੀਗੇ। ਮੈਨੂੰ ਇੰਨੀ ਉਮੀਦ ਨਹੀਂ ਸੀ ਵੀ ਇੰਨਾ ਘਾਤਕ ਇਹ ਹੋਊਗਾ, ਬਟ ਆਈ ਥਿੰਕ ਸਾਲ 1.5 ਸਾਲ ਤੋਂ ਸਿਨੇਮਾ ਬੰਦ ਪਿਆ, ਐਂਟਰਟੇਨਮੈਂਟ ਬੰਦ ਪਈ ਹੈ। ਇਹ ਤਾਂ ਹੋਰ ਗੱਲ ਹੈ ਕਿ ਨੈਟਫਲਿਕਸ ਅਤੇ ਐਮਾਜ਼ੋਨ ਹੈਗਾ ਅਤੇ ਚਲੋ ਤੁਸੀਂ ਘਰ 'ਚ TV 'ਤੇ ਫਿਲਮਾਂ ਦੇਖ ਸਕਦੇ ਹੋ, ਬਟ ਫਿਲਮ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਇਆ। ਬੇਸ਼ੱਕ ਉਹ ਹਿੰਦੀ ਫਿਲਮ ਇੰਡਸਟਰੀ ਹੈ ਜਾਂ ਪੰਜਾਬੀ ਫਿਲਮ ਇੰਡਸਟਰੀ ਹੈ ਜਾਂ ਉਹ ਸਾਊਥ ਦੀ ਹੈ। ਸੋ ਮੈਨੂੰ ਉਮੀਦ ਹੈ ਕਿ ਬੜੀ ਛੇਤੀ ਇਹ ਕੰਮ ਦੁਬਾਰਾ ਸ਼ੁਰੂ ਹੋਊਗਾ। ਕੀ ਲੱਗਦਾ, ਕਿਉਂਕਿ ਇੱਕ ਪਾਸੇ ਕਿਸਾਨ ਅੰਦੋਲਨ ਵੀ, ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਅਤੇ ਕਿਸਾਨ ਅੰਦੋਲਨ ਵੀ ਚੱਲ ਰਿਹਾ, ਸ਼ਾਇਦ ਇਸੇ ਕਰਕੇ ਨਹੀਂ ਫਿਲਮਾਂ ਰਿਲੀਜ਼ ਹੋ ਰਹੀਆਂ? ਤੁਹਾਨੂੰ ਕੀ ਲੱਗਦਾ ਵੀ ਸ਼ਾਇਦ ਆਰਟਿਸਟ ਥੋੜ੍ਹਾ ਜਿਹਾ ਸੰਕੋਚ ਕਰ ਰਹੇ ਨੇ ਰਿਲੀਜ਼ ਕਰਨ ਤੋਂ? ਕਿਸਾਨ ਅੰਦੋਲਨ ਤਾਂ ਇੱਕ ਮੇਰਾ ਖਿਆਲ ਇਹੋ ਜਿਹੀ ਚੀਜ਼ ਹੋਈ ਹੈ ਜਿਹੜੀ ਖੁਦਾ ਨੇ ਆਪ ਪ੍ਰਗਟ ਕੀਤੀ ਹੈ। ਗੁਰੂਆਂ ਪੀਰਾਂ ਨੇ ਆਪ ਇਹਨੂੰ ਪ੍ਰਗਟ ਕੀਤਾ ਹੈ, ਰਿਸ਼ੀ ਮੁਨੀਆਂ ਨੇ ਆਪ ਪ੍ਰਗਟ ਕੀਤਾ ਹੈ, ਦੇਵੀ ਦੇਵਤਿਆਂ ਨੇ ਆਪ ਪ੍ਰਗਟ ਕੀਤਾ, ਕਿਉਂਕਿ
ਕੌਮ ਜਦ ਸੌਂ ਜੇ ਔਰ ਉਸ ਕੌਮ ਨੂੰ ਕੋਈ ਜਗਾਉਣ ਵਾਲਾ ਨਾ ਹੋਵੇ ਤੇ ਉਸ ਕੌਮ ਦੇ ਸਾਰੇ ਗੱਦਾਰ, ਚੋਰ, ਡਾਕੂ ਨਿਕਲਣ ਤਾਂ ਫਿਰ ਖੁਦਾ ਕਹਿੰਦਾ ਵੀ ਹੁਣ ਮੈਨੂੰ ਹੁਲਾਰਾ ਦੇਣਾ ਪੈਣਾ। ਬੜੀ ਜ਼ੋਰ ਦੀ ਬਰਛਾ ਕੱਢਿਆ ਨੇ ਪੰਜਾਬ ਦੀ ਹਿੱਕ ਦੇ ਵਿੱਚ। ਅੱਲਾਹ ਤਾਲਾ ਨੇ, ਖੁਦਾ ਨੇ, ਕੌਮ ਜਾਗੀ ਔਰ ਐਦਾਂ ਜਾਗੀ ਜਿਵੇਂ ਕੋਈ ਬਹੁਤ ਭੈੜੇ ਸੁਪਨੇ 'ਚੋਂ ਉੱਠਦਾ ਹੁੰਦਾ। ਔਰ ਉਹਦਾ ਨਤੀਜਾ ਇਹ ਹੋਇਆ ਕਿ ਅੱਜ ਜਿਹੜਾ ਅੰਦੋਲਨ ਹੈ ਉਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਹੋਇਆ। ਔਰ ਮੈਨੂੰ ਲੱਗਦਾ ਕਿ ਅੰਦੋਲਨ ਕਿਤੇ ਜਾ ਕੇ ਜਦ ਮੁੱਕੂਗਾ ਉਦੋਂ ਕੁਝ ਸਤਿਯੁਗ ਦਾ ਇਤਿਹਾਸ ਦੁਬਾਰਾ ਸ਼ੁਰੂ ਹੋਊਗਾ। ਕੀ ਲੱਗਦਾ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਕਿਵੇਂ ਦੇਖਦੇ ਹੋ? ਬਹੁਤ ਜ਼ੋਰ ਲੱਗਿਆ ਹੋਇਆ, ਸਭ ਦੀ ਆਤਮਾ ਲੱਗੀ ਵੀ ਆ, ਜੋਸ਼ ਜਨੂਨ ਲੱਗਿਆ ਹੋਇਆ। ਸਿਚੁਏਸ਼ਨ ਕੀ ਦੇਖਦੇ ਹੋ ਕਿ ਅਸੀਂ ਕਿੱਥੇ ਖੜੇ ਹਾਂ ਹੁਣ? ਰਾਵਣ ਨੂੰ ਮਾਰਨ ਵਾਸਤੇ ਰਾਮਚੰਦਰ ਜੀ ਦਾ ਬੜਾ ਜ਼ੋਰ ਲੱਗਿਆ। ਖੁਦਾ ਸੀ, ਖੁਦਾ ਦੇ ਪੀਰ ਸੀ। ਕ੍ਰਿਸ਼ਨ ਮਹਾਰਾਜ ਨੂੰ ਕੰਸ ਮਾਰਨ ਵਾਸਤੇ ਬਹੁਤ ਜ਼ੋਰ ਲੱਗਿਆ। ਸਾਡੇ ਗੁਰੂਆਂ ਨੂੰ ਮੁਗਲਾਂ ਦੀ ਜੜ ਪੱਟਣ ਵਾਸਤੇ ਬੜਾ ਜ਼ੋਰ ਲੱਗਿਆ। ਭਗਤ ਸਿੰਘ ਵਰਗਿਆਂ ਨੂੰ, ਚੰਦਰ ਸ਼ੇਖਰ ਆਜ਼ਾਦ ਵਰਗਿਆਂ ਨੂੰ ਅੰਗਰੇਜ਼ਾਂ ਦੀ ਜ਼ੁਲਮ ਦੀ ਜੜ ਪੁੱਟਣ ਵਾਸਤੇ ਬਹੁਤ ਜ਼ੋਰ ਲੱਗਿਆ। ਔਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਆਪਦੇ ਜਿਹੜੇ ਬੰਦੇ ਨੇ, ਕਿਉਂਕਿ ਘਰ ਦੀ ਲੜਾਈ ਹੈ, ਘਰ ਦਾ ਰੌਲਾ ਔਰ ਘਰ ਦਾ ਕਲੇਸ਼, ਕਹਿੰਦੇ ਜੇ ਜ਼ਿਆਦਾ ਵੱਜੇ ਤਾਂ ਘਰ ਬਰਬਾਦ ਹੋ ਜਾਇਆ ਕਰਦੇ ਆ। ਮੈਨੂੰ ਉਮੀਦ ਨਹੀਂ ਸੀ ਕਿ ਸਾਡੇ ਰਹਿਨੁਮਾ, ਸਾਡੇ ਕਰਤਾ ਧਰਤਾ, ਸਾਡੇ ਆਗੂ, ਸਾਡੇ ਲੀਡਰ, ਸਾਡੇ ਪਾਰਟੀਆਂ ਇਹ ਇੰਨੇ ਸ਼ੈਤਾਨ ਦੀ ਇਨਾਈ ਨਿਕਲਣਗੇ ਕਿ ਦੇਸ਼ ਦਾ ਬੇੜਾ ਗਰਕ ਕਰ ਦੇਣਗੇ। ਦੁੱਖ ਵਾਲੀ ਗੱਲ ਹੈ ਕਿ ਬਾੜ ਖੇਤ ਨੂੰ ਖਾ ਗਈ, ਦੇਸ਼ ਨੂੰ ਖੋਖਲਾ ਕਰਤਾ, ਦੇਸ਼ ਨੂੰ ਬਰਬਾਦ ਕਰਤਾ। ਹਿੰਦੁਸਤਾਨ ਦੀ ਜੋ ਅਵਸਥਾ ਹੈ ਉਹ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਮੀਡੀਆ ਵਾਲੇ ਹੋ। ਮੈਂ ਸਮਝਦਾ ਕਿ ਇਹ ਵੀ ਇੱਕ ਐਸੀ ਸ਼ੈਤਾਨ ਦੀ ਜੜ ਹੈ ਜਿਹਨੂੰ ਪੁੱਟਣ ਵਾਸਤੇ ਦੇਰ ਥੋੜ੍ਹੀ ਲੱਗੂਗੀ। ਤੁਸੀਂ ਪਹਿਲੇ ਆਰਟਿਸਟ ਹੋ ਜਿਹੜੇ ਇਹਨਾਂ ਖੁੱਲ੍ਹ ਕੇ ਬੋਲਦੇ ਨੇ। ਸ਼ਾਇਦ ਤੁਹਾਨੂੰ ਦੇਖ ਕੇ ਬਾਕੀ ਆਰਟਿਸਟਾਂ 'ਚ ਝਿਣਕ ਜਗੀ ਵੀ ਅਸੀਂ ਵੀ ਬੋਲੀਏ, ਖੁੱਲ੍ਹ ਕੇ ਖੜੀਏ। ਪਹਿਲਾਂ ਆਰਟਿਸਟ ਬੋਲਦੇ ਨਹੀਂ ਹੁੰਦੇ ਸੀ। ਕੀ ਦੇਖਦੇ ਹੋ? ਜਿਹੜਾ ਬੰਦਾ ਰੱਬ ਦੇ ਚਰਨਾਂ 'ਚ ਰਹਿੰਦਾ ਹੈ, ਗੁਰੂਆਂ ਪੀਰਾਂ ਦੇ ਚਰਨਾਂ 'ਚ ਰਹਿੰਦਾ, ਉਹਨਾਂ ਦੀ ਸਿੱਖਿਆ 'ਤੇ ਚੱਲਦਾ ਹੈ, ਉਸ ਰੱਬ ਤੋਂ ਹੀ ਡਰਦਾ ਹੈ, ਉਹ ਹਮੇਸ਼ਾ ਸੱਚ ਬੋਲੂਗਾ। ਔਰ ਸੱਚ ਬੋਲਣ ਵਾਸਤੇ ਤੇ ਸੱਚ ਸੁਣਨ ਵਾਸਤੇ ਜਿਗਰਾ ਬਹੁਤ ਵੱਡਾ ਚਾਹੀਦਾ। ਮੈਂ ਜਾਨ ਖੁਦਾ ਨੂੰ ਦੇਣੀ ਹੈ। ਖੁਦਾ ਨੇ ਮੈਨੂੰ ਜਨਮ ਦਿੱਤਾ, ਬੰਦਿਆਂ ਨੇ ਨਹੀਂ ਦਿੱਤਾ। ਜਿਹੜੀ ਚੀਜ਼ ਗਲਤ ਹੈ ਉਹਨੂੰ ਬੁਲੰਦ ਆਵਾਜ਼ 'ਚ ਬੋਲਣਾ। ਜਦ ਮੈਂ ਪਹਿਲੀ ਰੈਲੀ ਕੀਤੀ ਸੀ ਉਦੋਂ ਕੋਈ ਸਾਰਾ ਸन्नाटा ਛਾਇਆ ਹੋਇਆ ਸੀ। ਐਂ ਲੱਗਦਾ ਸੀ ਜਿਵੇਂ ਹਿੰਦੁਸਤਾਨ ਦੇ ਉੱਤੇ ਕਿਸੇ ਚੀਜ਼ ਦਾ ਸਾਇਆ ਤੇ ਇੱਥੇ ਕੋਈ ਬੰਦਾ ਸਾਹ ਵੀ ਨਹੀਂ ਲੈ ਸਕਦਾ। ਉਦੋਂ ਮੈਂ ਪਹਿਲੀ ਬੁਲੰਦ ਆਵਾਜ਼ 'ਚ ਮੋਗੇ ਰੈਲੀ ਕੀਤੀ ਸੀ। ਉਸ ਤੋਂ ਬਾਅਦ ਮੈਂ ਰੈਲੀਆਂ ਕਰਦਾ ਰਿਹਾ, ਪਰ ਮੈਂ ਜੋ ਕਹਿ ਰਿਹਾ ਉਹ ਸੱਚ ਕਹਿ ਰਿਹਾ। ਇੱਕ ਗੱਲ ਮੈਂ ਬੁਲੰਦ ਆਵਾਜ਼ 'ਚ ਦੁਬਾਰਾ ਕਹਿਣਾ ਚਾਹੁੰਦਾ, ਹਰ ਵਾਰੀ ਕਹੂੰਗਾ ਜਦ ਤੱਕ ਜਿਉਣਾ ਕਹਿੰਦਾ ਰਹੂੰਗਾ ਕਿ ਜਿਸ ਮੁਲਕ ਨੂੰ ਆਪਣਾ ਇਤਿਹਾਸ ਯਾਦ ਨਹੀਂ, ਜਿਸ ਕੌਮ ਨੂੰ ਆਪਣਾ ਇਤਿਹਾਸ ਯਾਦ ਨਹੀਂ, ਜਿਸ ਘਰ ਨੂੰ ਆਪਣਾ ਇਤਿਹਾਸ ਯਾਦ ਨਹੀਂ, ਉਹ ਘਰ, ਉਹ ਕੌਮਾਂ, ਉਹ ਦੇਸ਼ ਅਕਸਰ ਡੁੱਬ ਜਾਇਆ ਕਰਦੇ ਨੇ। ਇਸ ਦੇਸ਼ ਨੂੰ, ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ 2000 ਸਾਲ 7000 ਸਾਲ 'ਚ ਇਸ ਦੇਸ਼ ਦਾ ਕੀ ਹੋਇਆ, ਇੱਥੇ ਕੌਣ ਕੌਣ ਆਇਆ, ਕਿਵੇਂ ਆਇਆ, ਕੀ ਉਹਨਾਂ ਨੇ ਕੀਤਾ, ਕਿਵੇਂ ਉਹਨਾਂ ਦੀ ਜੜ੍ਹਾਂ ਪੁੱਟੀਆਂ ਗਈਆਂ, ਕਿਵੇਂ ਲੋਕ ਇੱਥੇ ਆਏ। ਜੇ ਇਤਿਹਾਸ ਯਾਦ ਹੁੰਦਾ, ਲੋਕਾਂ ਨੂੰ ਪੜ੍ਹਾਇਆ ਜਾਂਦਾ ਤਾਂ ਦੇਸ਼ ਦਾ ਜੇ ਹਾਲ ਨਾ ਹੁੰਦਾ ਹਿੰਦੁਸਤਾਨ ਦਾ ਜੋ ਅੱਜ ਹੋਇਆ। ਥੋੜ੍ਹਾ ਪੋਲੀਟੀਕਲੀ ਗੱਲ ਕਰੀਏ ਜੀ। ਤੁਸੀਂ ਬੜਾ ਕਲੀਅਰਲੀ ਨਵਜੋਤ ਸਿੱਧੂ ਸਰ ਨੂੰ ਸਪੋਰਟ ਕੀਤਾ ਹੈ ਕਿ ਮੈਂ ਉਹਨਾਂ ਦੇ ਨਾਲ ਹਾਂ। ਜੇ ਉਹ ਕੁਛ ਕਰਦੇ ਨੇ, ਕੋਈ ਐਫਰਟ ਕਰਦੇ ਨੇ, ਰਾਜਨੀਤੀ ਦੇ ਵਿੱਚ ਅੱਗੇ ਵੱਧਦੇ ਨੇ, ਤਾਂ ਮੈਂ ਖੁੱਲ੍ਹ ਕੇ ਉਹਨਾਂ ਦੇ ਨਾਲ ਹਾਂ। ਉਹਨਾਂ ਤੋਂ ਵਧੀਆ ਕੋਈ CM ਦੀ ਆਪਸ਼ਨ ਪੰਜਾਬ 'ਚ ਦੂਜੀ ਹੈ ਨਹੀਂ। ਤੁਹਾਨੂੰ ਨਹੀਂ ਲੱਗਦਾ ਵੀ ਇਹ ਇੰਨਾ ਖੁੱਲ੍ਹ ਕੇ ਬੋਲਣਾ, ਇੰਨੀ ਖੁੱਲ੍ਹ ਕੇ ਸਪੋਰਟ ਕਰਨੀ, ਬਹੁਤ ਵੱਡੇ ਵੱਡੇ ਰਾਜਨੀਤਿਕ ਚਿਹਰੇ ਜਾਂ ਬਹੁਤ ਵੱਡੇ ਵੱਡੇ ਲੋਕ ਤੁਹਾਡੀ ਇਸ ਗੱਲ ਕਰਕੇ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਆ ਜਾਂ ਅੰਦਰੋਂ ਗਤੀ ਤੁਹਾਡੇ ਤੋਂ ਥੋੜ੍ਹੀ ਜਿਹੀ ਹੀਨ ਭਾਵਨਾ ਰੱਖ ਸਕਦੇ ਆ ਵੀ ਇਹਨਾਂ ਨੇ ਤਾਂ ਬਿਲਕੁਲ ਹੀ ਓਪਨ ਹੀ ਬੋਲਤਾ? ਆਵਾਂ ਦੇ ਬੈਣ ਨਾਲ ਬਨੇਰੇ ਨਹੀਂ ਢਹਿੰਦੇ। ਜਰਨੈਲ ਨੂੰ ਜਰਨੈਲ ਕਹਿਣਾ, ਖੁਦਾ ਨੂੰ ਖੁਦਾ ਕਹਿਣਾ, ਪੀਰ ਪੈਗੰਬਰ ਨੂੰ ਪੀਰ ਪੈਗੰਬਰ ਕਹਿਣਾ, ਇਹ ਮੇਰਾ ਜ਼ਾਤੀ ਫਰਜ਼ ਹੈ। ਅੱਜ ਦੀ ਡੇਟ 'ਚ ਦੁਬਾਰਾ ਕਹਿਣਾ, ਬੁਲੰਦ ਆਵਾਜ਼ 'ਚ ਕਹਿਣਾ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਪੰਜਾਬ 'ਚ ਲੀਡਰ ਕੋਈ ਨਹੀਂ, ਹਿੰਦੁਸਤਾਨ 'ਚ ਲੀਡਰ ਕੋਈ ਨਹੀਂ। ਉਸ ਆਦਮੀ ਨੂੰ ਮੇਰੇ ਮੁਤਾਬਕ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਉਸ ਬੰਦੇ ਨੂੰ ਪੰਜਾਬ ਦਾ ਚੀਫ ਮਿਨਿਸਟਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਜੇ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਰਾਜ ਰਿਹਾ, ਇਸ ਕਰਕੇ ਨਹੀਂ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਤਕੜਾ ਸੀ, ਉਹ ਇਸ ਕਰਕੇ ਰਿਹਾ ਕਿ ਉਹਦੇ ਜਰਨੈਲ ਬਹੁਤ ਤਕੜੇ ਸੀ। ਹਰੀ ਸਿੰਘ ਨਲੂਆ, ਜਰਨਲ ਜ਼ੋਰਾਵਰ ਸਿੰਘ, ਬਾਬਾ ਬਘੇਲ ਸਿੰਘ, ਕੱਡੇ ਕੱਡੇ ਜਰਨੈਲ, ਅਕਾਲੀ ਫੂਲਾ ਸਿੰਘ, ਉਹਨਾਂ ਨੇ 40 ਸਾਲ ਰਾਜ ਕੀਤਾ। ਜਿੱਥੇ
ਕਦੇ ਕੋਈ ਭੁੱਖਮਰੀ ਨਹੀਂ ਹੋਈ, ਧਰਮ ਪਿੱਛੇ ਲੜਾਈ ਨਹੀਂ ਹੋਈ, ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਮਿਲੀ ਔਰ ਕਦੇ ਕਿਸੇ ਦੀ ਜ਼ਗੀਰ ਨਹੀਂ ਖੋਈ ਗਈ ਤੇ ਕਿਸੇ ਦੀ ਰੋਟੀ ਨਹੀਂ ਖੋਈ ਗਈ। ਸੋ ਮੇਰੇ ਹਿਸਾਬ ਨਾਲ ਵੱਡੀਆਂ ਜੇ ਮੈਂ ਹਸਤੀਆਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦਾ ਤਾਂ ਇਸ ਕਰਕੇ ਕਰਦਾ ਕਿਉਂਕਿ ਮੈਨੂੰ ਦਿਖਦਾ, ਮੈਨੂੰ ਪਾਲਿਆ, ਵੱਡਾ ਕੀਤਾ, ਉਹਦਾ ਵਿਆਹ ਕੀਤਾ, ਉਹਦਾ ਪਿਓ ਬਣ ਕੇ ਉਹਦੇ ਵਿਆਹ 'ਚ ਖੜਾ ਹੋਇਆ। ਔਰ ਜਿੰਨਾ ਕਿ ਮੈਂ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਨੂੰ ਜਾਣਦਾ, ਉਹਨਾਂ ਹੀ ਨਵਜੋਤ ਸਿੰਘ ਸਿੱਧੂ ਨੂੰ ਜਾਣਦਾ। ਅੱਜ ਦੀ ਡੇਟ ਦੇ ਵਿੱਚ ਇੱਕ ਐਸਾ ਇਨਸਾਨ ਹੈ ਜਿਹੜਾ ਚੋਰਾਂ ਤੇ ਠੱਗਾਂ ਤੇ ਡਾਕੂਆਂ ਦੀ ਟੋਲੀ ਦੇ ਵਿੱਚ ਸਾਧ ਹੈ। ਇਸ ਕਰਕੇ ਉਹਦੀ ਗੱਲ ਕਰ। ਜਿਹੜੀਆਂ ਵੱਡੀਆਂ ਹਸਤੀਆਂ ਕੁਝ ਤੁਹਾਨੂੰ ਨਹੀਂ ਲੱਗਦਾ ਵੀ ਨਾਰਾਜ਼ ਹੋ ਜਾਂਦੀਆਂ ਨੇ ਤੁਹਾਡੇ ਕੋਲ? ਐਸੀ ਜਿਹਨੇ ਨਾਰਾਜ਼ ਹੋਣਾ ਹੋਏ, ਉਹ ਕਹਿੰਦਾ ਤੇਰੀ ਭੈਣ ਦੇ ਵਿਆਹ ਵਿੱਚ ਨੱਚਿਆ ਫਿਰਾਂ, ਕਹਿੰਦਾ ਜਿੱਥੇ 20 ਨੱਚਦੇ ਨੇ 21 ਤੂੰ ਨੱਚ ਕੇ ਜੋ ਕਰਨਾ ਕਰ ਲਾ, ਠੀਕ ਹੈ ਨਾ। ਮੈਨੂੰ ਕੋਈ ਪਰਵਾਹ ਨਹੀਂ, ਜਿਹੜੀ ਸੱਚ ਹੈ ਸੁਣਨੀ ਪੈਣਾ। ਲੁੱਟ ਕੇ ਖਾ ਗਏ ਪਿਛਲੇ 72-73 ਸਾਲਾਂ ਤੋਂ ਹਿੰਦੁਸਤਾਨ ਨੂੰ। ਅੱਜ ਪੰਜਾਬ ਦਾ ਕੀ ਹਾਲ ਹੈ, ਦੇਸ਼ ਦਾ ਕੀ ਹਾਲ ਹੈ ਦੇਖੋ ਤੁਸੀਂ। ਮੈਂ ਤਾਂ ਨਹੀਂ ਕਹਿ ਰਿਹਾ, ਤੁਸੀਂ ਮੀਡੀਆ ਵਾਲੇ, ਤੁਸੀਂ ਮੈਨੂੰ ਜ਼ਿਆਦਾ ਜਾਣਦੇ ਹੋ। ਜੇ ਤੁਸੀਂ ਆਪਣੇ ਦੇਸ਼ ਦਾ ਸੱਤਿਆਨਾਸ਼ ਕਰ ਸਕਦੇ ਹੋ ਤਾਂ ਫਿਰ ਤੁਸੀਂ ਆਪਦੀ ਜੰਮੀ ਮਾਂ ਦੇ ਵੀ ਹੈ ਨਹੀਂ। ਇਸ ਕਰਕੇ ਤੁਹਾਨੂੰ ਗੱਲ ਮੰਨਣੀ ਚਾਹੀਦੀ, ਸਭ ਤੋਂ ਗਲਤੀ ਹੋਈ ਹੈ। ਅਸੀਂ ਲਾਲਚ ਪਿੱਛੇ ਆਪਣੇ ਆਪਣੇ ਘਰਦਿਆਂ ਪਿੱਛੇ, ਆਪਣੇ ਪਰਿਵਾਰਾਂ ਪਿੱਛੇ ਅਸੀਂ ਠੱਗੀਆਂ, ਚੋਰੀਆਂ, ਡਾਕੂਇਜ਼ਮ ਕੀਤਾ। ਅਸੀਂ ਇਸ ਦੇਸ਼ ਨੂੰ ਲੁੱਟਿਆ, ਪੰਜਾਬ ਨੂੰ ਲੁੱਟਿਆ। ਅੱਜ ਵੀ ਟਾਈਮ ਹੈ, ਇਕੱਠੇ ਹੋ ਕੇ ਆ ਜਾਓ। ਕੁਛ ਨਹੀਂ ਵਿਗੜਿਆ, ਨਹੀਂ ਤਾਂ ਰੱਬ ਦੀ ਸੱਟ ਕਿਸੇ ਤੋਂ ਚੱਲੀ ਨਹੀਂ ਜਾਣੀ। ਕਿਸਾਨ ਅੰਦੋਲਨ ਦੀ ਗੱਲ ਕਰ ਲਈਏ, ਐਜ਼ ਐਨ ਆਰਟਿਸਟ ਤੇ ਐਜ਼ ਅ ਲੀਡਰ ਕੀ ਤੁਸੀਂ ਹੁਣ ਸੁਜੈਸ਼ਨ ਦੇਣਾ ਚਾਹੋਗੇ ਕਿ ਕਿਸਾਨ ਅੰਦੋਲਨ ਕੀ ਅਸੀਂ ਕਦਮ ਚੁੱਕੀਏ ਜੋ ਅਸੀਂ ਹੋਰ ਮਜ਼ਬੂਤ ਹੋ ਜਾਈਏ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ, ਤੁਸੀਂ ਸਾਡੇ ਲੀਡਰ ਬਣੇ, ਆਗੂ ਬਣੇ ਪਿਛਲੇ 3-4 ਦਹਾਕਿਆਂ ਤੋਂ, ਤੁਹਾਡੇ ਮਗਰ ਦੁਨੀਆ ਲੱਗੀ। 1909 ਦੇ ਵਿੱਚ ਅੰਦੋਲਨ ਹੋਇਆ, ਸੇਮ ਬਿੱਲ ਆਏ, ਇਸ ਤੋਂ ਜ਼ਿਆਦਾ ਤਕੜੇ ਬਿੱਲ ਆਏ ਕਿ ਫਸਲਾਂ ਤੇ ਟੈਕਸ ਲਾਤਾ ਗੋਰਿਆਂ ਨੇ। ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ, ਉਹਨਾਂ ਦੇ ਫਾਦਰ ਸਰਦਾਰ ਕ੍ਰਿਸ਼ਨ ਸਿੰਘ ਜੀ, ਉਹਨਾਂ ਨੇ ਅੰਦੋਲਨ ਕੀਤਾ ਔਰ ਇਸ ਅੰਦੋਲਨ ਨੂੰ ਇਸ ਇੰਤਹਾ ਤੱਕ ਲੈ ਗਏ ਕਿ ਜਿੱਥੇ 40-50 ਹਜ਼ਾਰ ਬੰਦਾ ਮਰਿਆ, ਪਟੜੀਆਂ ਤੇ ਲੋਕੀ ਪੈ ਗਏ, ਗੋਰੇ ਨੇ ਟ੍ਰੇਨਾਂ ਚਲਾਤੀਆਂ। 9 ਮਹੀਨੇ ਬਾਅਦ ਉਹ ਬਿੱਲ ਵਾਪਸ ਕਰਨੇ ਪਏ। ਮੈਂ ਸਮਝਦਾ ਕਿ ਜਿਹੜੇ ਸਾਡੇ ਜਥੇਬੰਦੀਆਂ ਨੇ, ਉਹਨਾਂ ਨੇ ਅੱਜ ਜੋ ਕੀਤਾ ਹੈ ਇਹ ਉਦੋਂ ਕਰਨਾ ਚਾਹੀਦਾ ਸੀ ਜਦ ਜੱਟ ਦੀ ਜ਼ਮੀਨ 50 ਕਿੱਲੇ ਤੋਂ ਸੀਲਿੰਗ ਲਾ ਕੇ, 100 ਕਿੱਲੇ ਸੀਲਿੰਗ ਲਾ ਕੇ, 18 ਕਿੱਲੇ ਸੀਲਿੰਗ ਲਾ ਕੇ, 18 ਕਿੱਲੇ ਜੱਟ ਨੂੰ ਦੇਤੀ, ਬਾਕੀ ਸਾਰੀ ਜ਼ਮੀਨ ਗੌਰਮੈਂਟ ਜ਼ਬਤ ਕਰ ਲਈ। ਇੰਦਰਾ ਗਾਂਧੀ ਦੇ ਰਾਜ ਵੇਲੇ ਹੋਇਆ। 72-73 ਸਾਲਾਂ ਤੋਂ ਦੇਸ਼ ਨੂੰ, ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ, ਹਰ ਵਰਗ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਧਰਮ ਦੇ ਲੋਕਾਂ ਨੂੰ ਲੜਾਇਆ ਜਾ ਰਿਹਾ ਆਪਸ 'ਚ। ਇਹ ਸਾਡੀ ਔਕਾਤ ਬਣ ਗਈ ਹੈ। ਇੰਨੀ ਘਟੀਆ ਕਿਸਮ ਦੀ ਸਾਡੀ ਸੋਚ ਹੈ। ਸੋ ਮੈਂ ਸਮਝਦਾ ਅੰਦੋਲਨ ਬਹੁਤ ਜ਼ਰੂਰੀ ਸੀ। ਦੁਨੀਆ ਨੂੰ, ਦੇਸ਼ ਨੂੰ ਜਗਾਉਣ ਵਾਸਤੇ ਤੁਸੀਂ ਚੰਡੀਗੜ੍ਹ ਦੇ ਚੌਂਕਾਂ 'ਤੇ ਦੇਖੋ, ਜਿਹਨੂੰ ਕਹਿੰਦੇ ਦ ਮੋਸਟ ਮਾਡਰਨਾਈਜ਼ਡ ਸਿਟੀ ਆਫ ਦਿਸ ਕੰਟਰੀ, ਜਿਹੜੇ ਆਪਣੇ ਆਪ ਨੂੰ ਮਤਲਬ ਕਹਿੰਦੇ ਸੀ ਵੈਸਟਰਨਾਈਜ਼ਡ ਆ ਸਾਰੇ, ਅੱਜ ਉਹ ਵੀ ਚੌਂਕਾਂ 'ਤੇ ਖੜੇ ਆ ਤੇ ਉਹ ਵੀ ਨਾਅਰੇ ਮਾਰ ਰਹੇ ਆ। ਸੋ ਜਿੰਨੀ ਛੇਤੀ ਅੰਦੋਲਨ ਮੁਕਾ ਦੇਣ ਉਨਾ ਚੰਗਾ ਦੇਸ਼ ਵਾਸਤੇ। ਜੇ ਹੋਰ ਲੇਟ ਕਰੋਗੇ ਹੋਰ ਨੁਕਸਾਨ ਹੋਊਗਾ। ਜੀ ਬਿਲਕੁਲ। ਸੋ ਇੱਕ ਵੱਡਾ ਸਵਾਲ ਜਿਹੜਾ ਆਪਾਂ ਪੰਜਾਬ ਦੀ ਰਾਜਨੀਤੀ 'ਚੋਂ ਹੁਣ ਕੱਢੀਏ ਕਿ ਕਦੇ ਖਬਰਾਂ ਆ ਜਾਂਦੀਆਂ ਨੇ ਕਿ ਨਵਜੋਤ ਸਿੱਧੂ ਸਾਹਿਬ ਨੂੰ ਬੜੀ ਜਲਦੀ ਕਹਿ ਲਓ ਕਿ ਡਿਪਟੀ ਸੀਐਮ ਦਾ ਉਹਦਾ ਮਿਲ ਸਕਦਾ ਹੈ ਬੜੀ ਜਲਦੀ। ਕਦੇ 10 ਦਿਨਾਂ ਬਾਅਦ ਖਬਰ ਆ ਜਾਂਦੀ ਹੈ, ਕਦੇ 20 ਦਿਨਾਂ ਬਾਅਦ ਆ ਸਕਦੀ ਹੈ। ਤੁਹਾਨੂੰ ਲੱਗਦਾ ਵੀ ਬੜੀ ਜਲਦੀ ਉਹ ਖਬਰ ਆਊਗੀ ਜਾਂ ਉਹ ਪੱਕੀ ਆ? ਅਹੁਦਿਆਂ ਤੋਂ ਕੀ ਕਰਾਉਣਾ ਹੈ? ਘਰ 'ਚ ਰੋਟੀ ਹੈ, ਸਭ ਕੁਛ ਹੈ, ਮਿਹਨਤ ਦਾ ਪੈਸਾ ਨਵਜੋਤ ਸਿੰਘ ਸਿੱਧੂ ਨੇ ਕਮਾਇਆ, ਕਰੋੜਾਂ ਰੁਪਈਆ, ਜਾਇਦਾਦਾਂ, ਸਭ ਕੁਛ ਹੈ। ਅਹੁਦਿਆਂ ਤੋਂ ਕੀ ਕਰਾਉਣਾ ਹੈ? ਇੱਕ ਜਰਨੈਲ ਚਾਹੀਦਾ, ਇੱਕ ਲੀਡਰ ਚਾਹੀਦਾ ਪੰਜਾਬ ਨੂੰ ਅੱਗੇ ਚਲਾਉਣ ਵਾਸਤੇ। ਹਰੀ ਸਿੰਘ ਨਲੂਏ ਵਰਗਾ, ਅਕਾਲੀ ਫੂਲਾ ਸਿੰਘ ਵਰਗਾ, ਜਨਰਲ ਜ਼ੋਰਾਵਰ ਸਿੰਘ ਵਰਗਾ ਇੱਕ ਉਹ ਜਰਨੈਲ ਨੂੰ ਲੀਡਰ ਚਾਹੀਦਾ ਜਿਹੜਾ ਪੰਜਾਬ ਨੂੰ ਸੇਧ ਦੇ ਸਕੇ। ਮੈਂ ਸ਼ਰਤ ਲਾ ਕੇ ਕਹਿੰਦਾ ਨਵਜੋਤ ਸਿੰਘ ਸਿੱਧੂ ਅੱਜ ਵੀ ਆ ਕੇ ਖੜਾ ਹੋ ਜੇ, ਪ੍ਰੈਸ ਕਾਨਫਰੰਸ ਕਰ ਦੇ ਕਿ ਮੈਂ ਆਪਣੀ ਪਾਰਟੀ ਫਲੋਟ ਕਰ ਰਿਹਾ ਤੇ ਮੈਂ ਪੰਜਾਬ ਵਾਸਤੇ ਆਪਣੀ ਜਾਨ ਦੇਣੀ ਹੈ, ਆਪਣਾ ਸਭ ਕੁਝ ਵਾਰਨਾ। ਸਾਰਾ ਪੰਜਾਬ, ਸਾਰੀ ਦੁਨੀਆ ਖੜੀ ਹੋ ਜੂਗੀ ਨਾਲ। ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਸੋ ਮੈਂ ਸਮਝਦਾ ਕਿ ਸਾਡੇ ਕੋਲ ਇੱਕ ਬੰਦਾ ਹੈ ਜਿਹੜਾ ਪ੍ਰਮੋਟ ਕਰਨਾ ਚਾਹੀਦਾ। ਐਵੇਂ ਨਹੀਂ ਹਰੇਕ ਨਾਲ ਖੁੰਦਕਬਾਜ਼ੀ ਕਰੀਦੀ ਜਾਂ ਹਰੇਕ ਨਾਲ ਜੈਲਸੀ ਕਰੀਦੀ। ਸਾਡੇ ਪੰਜਾਬੀ ਤਰੱਕੀ ਪਤਾ ਕਿਉਂ ਨਹੀਂ ਕਰ ਸਕੇ? ਇਹ ਡੱਡੂ ਵਾਂਗੂ ਆ, ਖੂਹ 'ਚ ਡੱਡੂ ਰਹਿ ਰਹੇ, ਜਿਹੜਾ ਚੜ੍ਹਦਾ ਉਹਦੀ ਲੱਤ ਖਿੱਚ ਥੱਲੇ, ਜਿਹੜਾ ਚੜ੍ਹਦਾ ਉਹਦੀ ਲੱਤ ਖਿੱਚ ਥੱਲੇ। ਜੇ ਅਸੀਂ ਮਾਰਵਾੜੀਆਂ ਵਾਂਗੂ ਬਣ ਜਾਈਏ, ਸਾਊਥ ਦੇ ਲੋਕਾਂ ਵਾਂਗੂ ਬਣ ਜਾਈਏ, ਇਕੱਠ ਆਪਣੇ ਬੰਦੇ ਨੂੰ ਸਪੋਰਟ ਕਰਦੇ ਆ, ਮੇਰੇ ਹਿਸਾਬ ਨਾਲ ਸਾਰੀਆਂ ਪਾਰਟੀਆਂ ਨੂੰ ਮਿਲ ਕੇ, ਸਾਰੇ ਐਮਐਲਏ ਨੂੰ, ਸਾਰੇ ਪਾਰਟੀਆਂ ਦੇ ਲੋਕਾਂ ਨੂੰ ਮਿਲ ਕੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਲੀਡਰ ਮੰਨ ਕੇ ਚੱਲੋ। ਪੰਜਾਬ ਦੇ ਵਿੱਚ ਨਵਾਂ ਸੂਰਜ ਚੜ੍ਹੇਗਾ। ਪੰਜਾਬ ਦੇ ਵਿੱਚ ਨਹੀਂ, ਹਿੰਦੁਸਤਾਨ ਦੇ ਵਿੱਚ ਨਵਾਂ ਸੂਰਜ ਚੜ੍ਹੇਗਾ। ਇੱਕ ਆਖਰੀ ਸਵਾਲ, ਜੇਕਰ ਨਵਜੋਤ ਸਿੱਧੂ ਆਪਣੀ ਪਾਰਟੀ ਬਣਾਉਂਦੇ ਨੇ, ਅਨਾਊਂਸ ਕਰ ਦਿੰਦੇ ਨੇ, ਤਾਂ ਯੋਗਰਾਜ ਸਿੰਘ ਲਈ ਕੀ ਸਥਾਨ ਹੋਊਗਾ ਜਾਂ ਕੋਈ ਵੱਡਾ ਸਥਾਨ ਯੋਗਰਾਜ ਸਿੰਘ ਦਾ ਅਸੀਂ ਉਹਨਾਂ ਦੀ ਪਾਰਟੀ 'ਚ ਦੇਖਾਂਗੇ ਉਹਨਾਂ ਦੇ ਬਰਾਬਰ? ਮੇਰਾ ਤਾਂ ਇੱਕੋ ਹੀ ਕੰਮ ਹੈ, ਗੁਰੂ ਘਰ 'ਚੋਂ ਮੈਨੂੰ ਹੁਕਮ ਮਿਲਿਆ, ਟਾਹਲਾ ਸਾਹਿਬ ਗੁਰਦੁਆਰੇ ਤੋਂ ਬਾਬਾ ਦੀਪ ਸਿੰਘ ਜੀ ਦਾ ਸਪੁੱਤਰ ਆ।
ਬਾਬਾ ਦਰਸ਼ਨ ਸਿੰਘ ਜੀ ਨੇ ਹੁਕਮਨਾਮਾ ਜਾਰੀ ਕੀਤਾ ਵੀ ਗੁਰੂ ਘਰ ਦਾ ਹੁਕਮ ਹੈ, ਹੋਕਾ ਦਿੰਦਾ ਫਿਰਦਾ, ਜਾਗਦੇ ਰਹੋ ਕਿ ਚੋਰ ਤੇ ਡਾਕੂ ਨਾ ਪੈ ਜਾਣ। ਮੇਰਾ ਕੰਮ ਹੈ ਪੈਦਾ ਕਰਨੇ ਜਰਨੈਲ। ਮੈਨੂੰ ਇੰਨਾ ਪਤਾ ਹੈ ਕਿ ਜਿੰਨੀ ਜ਼ਿੰਦਗੀ ਮੇਰੀ ਬਾਕੀ ਹੈ ਮੈਂ ਪੰਜਾਬ ਦੇ ਵਿੱਚ ਇਹੋ ਜਿਹਾ ਹੋਕਾ ਮਾਰ ਕੇ ਜਾਣਾ। ਗੁਰੂ ਮਹਾਰਾਜ ਦੀ ਕਿਰਪਾ ਹੈ, ਜਿੱਥੇ ਮੈਂ ਹਜ਼ਾਰਾਂ ਜਰਨੈਲ ਇਕੱਠੇ ਕਰ ਦੇਣੇ ਆ, ਔਰ ਪੰਜਾਬ 'ਚ ਜਿੱਦਣ ਸਾਰੇ ਜਰਨੈਲ ਇਕੱਠੇ ਹੋ ਗਏ ਉਹ ਦਿਨ ਸਾਰੇ ਟੁੱਟ ਪੁੱਜੇ ਭੱਜ ਜਾਣਗੇ ਤੇ ਨਵਾਂ ਸੂਰਜ ਚੜ੍ਹੇਗਾ। ਬਸ ਮੇਰੀ ਇੰਨੀ ਗੱਲ ਹੈ, ਮੈਂ ਪੋਲੀਟਿਕਸ ਤੋਂ ਕੁਛ ਨਹੀਂ ਲੈਣਾ, ਮੈਂ ਇਲੈਕਸ਼ਨਾਂ ਤੋਂ ਕੁਛ ਨਹੀਂ ਲੈਣਾ, ਮੈਂ ਲੀਡਰ ਬਣ ਕੇ ਕੁਛ ਨਹੀਂ ਲੈਣਾ। ਸਿਰਫ ਮੈਂ ਉਹ ਕੰਮ ਕਰ ਰਿਹਾ ਜੋ ਮੇਰੇ ਗੁਰੂ ਦਾ ਹੁਕਮ ਹੈ। ਬਾਕੀ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ। ਸੋ ਇਹ ਸੀ ਮੇਰੇ ਨਾਲ ਯੋਗਰਾਜ ਸਰ, ਜਿਨ੍ਹਾਂ ਨੇ ਬੜੀਆਂ ਖੁੱਲ੍ਹ ਕੇ ਗੱਲਾਂ ਰੱਖੀਆਂ। ਇਹਨਾਂ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ ਆ ਅਤੇ ਇਹੋ ਜਿਹੇ ਇਨਸਾਨ ਦੀ ਪੰਜਾਬ ਨੂੰ ਲੋੜ ਆ। ਅਤੇ ਖਾਸ ਤੌਰ 'ਤੇ ਆਪਾਂ ਗੱਲ ਕਰੀਏ ਫਿਲਮ ਇੰਡਸਟਰੀ ਦੇ ਨਾਲ, ਜੋ ਇਹਨਾਂ ਨੇ ਜੁੜੀ ਗੱਲ ਕਹੀ ਕਿ ਕਾਫੀ ਲੋਸ ਦੇ ਵਿੱਚ ਪਿਛਲੇ ਸਾਲ ਇੰਡਸਟਰੀ ਗਈ ਆ, ਅਤੇ ਉਮੀਦ ਆ ਬੜੀ ਜਲਦੀ ਅਸੀਂ ਉੱਭਰਾਂਗੇ ਅਤੇ ਬੜੀ ਜਲਦੀ ਇਹਨਾਂ ਨੂੰ ਵੀ ਸਿਨੇਮਾ ਦੇ ਵਿੱਚ ਦੇਖਾਂਗੇ। ਪਰ ਇੱਕ ਗੱਲ ਪੱਕੀ ਆ ਕਿ ਭਾਵੇਂ ਰਾਜਨੀਤੀ ਹੋਵੇ, ਭਾਵੇਂ ਕਿਸਾਨ ਅੰਦੋਲਨ ਹੋਵੇ, ਭਾਵੇਂ ਸਾਡਾ ਪੰਜਾਬੀ ਸਿਨੇਮਾ, ਉਸ ਦੇ ਵਿੱਚ ਯੋਗਰਾਜ ਸਰ ਦਾ ਜਿਹੜਾ ਰੋਲ ਹੈ ਉਹ ਅਹਿਮ ਕਿਰਦਾਰ ਹੈਗਾ ਹੈ। ਅਤੇ ਮੈਨੂੰ ਲੱਗਦਾ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹਨਾਂ ਦਾ ਅਹਿਮ ਕਿਰਦਾਰ ਇਹ ਤਿੰਨੇ ਚੀਜ਼ਾਂ ਦੇ ਵਿੱਚ ਬਣਿਆ ਰਹੂਗਾ। ਇਸ ਖਾਸ ਇੰਟਰਵਿਊ ਦੇ ਵਿੱਚ ਫਿਲਹਾਲ ਇੰਨਾ ਹੀ। ਜੁੜੇ ਰਹਿਣਾ ਜੀ ਪ੍ਰਾਈਮ ਅਮਰੀਕਾ ਦੇ ਨਾਲ। ਸਤਿ ਸ਼੍ਰੀ ਅਕਾਲ।